ਐਨਟੀਟੀ ਪ੍ਰੋਜੈਕਟ ਨੂੰ ਕਿਸੇ ਹੋਰ ਯੂਨੀਵਰਸਿਟੀ ਤੋਂ ਚੈੱਕ ਕਰਾਉਣ ਦੀ ਕੀਤੀ ਗਈ ਮੰਗ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਇਹ ਕਹਿਣਾ ਹੈ ਪੰਜਾਬ ਸਿੱਖਿਆ ਵਿਭਾਗ ਵਿੱਚ ਲੱਗੇ ਹੋਏ ਕੱਚੇ ਅਧਿਆਪਕਾਂ ਦਾ। ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ 18 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕੱਚੇ ਅਧਿਆਪਕਾਂ ਦੇ ਤੌਰ ਤੇ ਕੰਮ ਕਰ ਰਹੇ ਹਾਂ। गुड मॉर्निंग रेखा मैम। हमारा जो ऑल वॉलंटियर का लगभग प्रोजेक्ट रीसबमिशन में जा रहा है, ये हमारे लिए बहुत दुख की बात है। इसे देखकर हम सभी वॉलंटियर मेंटली तौर पर अपसेट हो गए हैं, क्योंकि ये हमारी आस की लास्ट किरण थी जो लगता है कहीं खो गई है। मैम, शायद आपको हमारी हिस्ट्री नहीं पता कि हम बहुत सालों से संताप भोग रहे हैं, और अब जब हमारी सफल होने की कुछ एक आस की किरण नज़र आई तो हमारा प्रोजेक्ट रीसबमिशन में चले जाने के कारण वो भी ख़त्म हो गई है। मैम, प्लीज़ रिक्वेस्ट है, हम पर बहुत जिम्मेदारियां हैं, बहुत वर्क लोड है, तो आप कोशिश करें कि हमें चाहे 5 मार्क्स ही दे दें प्रोजेक्ट में, पर सभी वॉलंटियर्स को पास करके उनका रिजल्ट दे दें, क्योंकि 22 दिसंबर हमारी लास्ट है अप्लाई करने की डेट। थैंक यू मैम। ਪੰਜਾਬ ਸਰਕਾਰ ਦਾ ਵੋਟਾਂ ਲੈਣ ਵਾਲੇ ਵਾਅਦਾ ਸੀ ਕਿ ਤੁਹਾਨੂੰ ਐਨਟੀਟੀ ਪਾਸ ਕਰਨ ਤੋਂ ਬਾਅਦ ਪੱਕਾ ਕਰ ਦਿੱਤਾ ਜਾਵੇਗਾ, ਪਰ ਕੰਡੀਸ਼ਨਾਂ ਲਗਾ ਦਿੱਤੀ ਗਈ ਕਿ ਐਨਟੀਟੀ ਸਿਰਫ ਇਗਨੂ ਯੂਨੀਵਰਸਿਟੀ ਤੋਂ ਹੀ ਪਾਸ ਕੀਤੀ ਜਾਵੇ। ਅਸੀਂ ਸਰਕਾਰ ਦੀਆਂ ਹਰ ਕੰਡੀਸ਼ਨਾਂ ਨੂੰ ਪੂਰਾ ਕੀਤਾ, ਪਰ ਸਰਕਾਰ ਅਤੇ ਇਗਨੂ ਯੂਨੀਵਰਸਿਟੀ ਦੋਨੋਂ ਹੀ ਸਾਡੇ ਨਾਲ ਧੋਖਾ ਕਰ ਰਹੀਆਂ ਹਨ। ਕੋਰੋਨਾ ਟਾਈਮ ਵਿੱਚ ਵੀ ਅਸੀਂ ਕੰਮ ਕਰਦੇ ਰਹੇ ਹਾਂ ਅਤੇ ਆਪਣੇ ਐਨਟੀਟੀ ਦੇ ਪ੍ਰੋਜੈਕਟ ਵੀ ਇਗਨੂ ਯੂਨੀਵਰਸਿਟੀ ਨੂੰ ਬਣਾ ਕੇ ਦਿੱਤੇ, ਪਰ ਇਗਨੂ ਯੂਨੀਵਰਸਿਟੀ ਨੇ ਸਾਰੇ ਅਧਿਆਪਕਾਂ ਨੂੰ 0 ਨੰਬਰ ਦੇ ਕੇ ਅਤੇ ਪ੍ਰੋਜੈਕਟ ਰੀਸਬਮਿਟ ਕਰਾਉਣ ਵਾਸਤੇ ਕਹਿ ਕੇ ਸਾਨੂੰ ਪਾਸੇ ਲਾ ਦਿੱਤਾ ਹੈ। ਜਿੱਥੇ ਇਗਨੂ ਯੂਨੀਵਰਸਿਟੀ ਧੋਖਾ ਕਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਨਵੇਂ ਅਧਿਆਪਕਾਂ ਦੀ ਭਰਤੀ ਕਰਨ ਜਾ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਾਨੂੰ ਇਗਨੂ ਯੂਨੀਵਰਸਿਟੀ ਤੋਂ ਹੀ ਐਨਟੀਟੀ ਪਾਸ ਕਰਨ ਵਾਸਤੇ ਕਿਉਂ ਕਿਹਾ, ਅਤੇ ਦੂਸਰੇ ਪਾਸੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਪੋਸਟਾਂ ਕੱਢ ਦਿੱਤੀਆਂ ਗਈਆਂ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਅਤੇ ਇਗਨੂ ਦੋਨੋਂ ਹੀ ਮਿਲ ਕੇ ਸਾਡੇ ਨਾਲ ਧੋਖਾ ਕਰ ਰਹੇ ਹਨ। ਇਹ ਨਾ ਸਾਰੇ ਅਧਿਆਪਕ ਆ ਕੱਚੇ ਵਲੰਟੀਅਰ ਜਿਹੜੇ ਸਰਕਾਰੀ ਵਿਭਾਗ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰ ਰਹੇ 18 ਸਾਲ ਤੋਂ। MA BEd MPhil PhD ਆ ਸਾਰੇ, ਤੇ ਇਹਨਾਂ ਤੇ ਨਾ ਸਰਕਾਰ ਨੇ ਨਾ ਐਨਟੀਟੀ ਕਰਨ ਦਾ ਜਿਹੜਾ ਹੈਗਾ ਥੋਪਿਆ ਹੋਇਆ ਸੀ, ਤੇ ਉੱਤੋਂ ਸਪੈਸ਼ਲ ਸਰਕਾਰ ਕਹਿੰਦੀ ਇਗਨੋ ਯੂਨੀਵਰਸਿਟੀ ਤੋਂ ਐਨਟੀਟੀ ਕਰੋ। ਚਲੋ ਵਿਚਾਰੇ ਏਡੀਆਂ ਵੱਡੀਆਂ ਡਿਗਰੀਆਂ ਕਰਕੇ ਫਿਰ ਕਹਿੰਦੇ ਚੱਲ ਕੋਈ ਨਹੀਂ, ਤੁਸੀਂ ਸਾਨੂੰ ਪੱਕੇ ਕਰੋ, ਅਸੀਂ ਚਲੋ ਐਨਟੀਟੀ ਵੀ ਕਰ ਲੈਂਦੇ ਹਾਂ। ਠੀਕ ਹੈ ਜੀ, ਐਨਟੀਟੀ ਕਰਨ ਦੇ ਬਹਾਨੇ ਇਹਨਾਂ ਨੂੰ ਉੱਧਰ ਵੜਤਾ। ਇਹਨਾਂ ਵਾਸਤੇ ਸਰਕਾਰ ਕਹਿੰਦੀ ਅਸੀਂ ਤੁਹਾਡੇ ਵਾਸਤੇ ਪੋਸਟਾਂ ਕੱਢੀਆਂ 8393 ਪੋਸਟਾਂ, ਤਾਂ ਉਹ ਪੋਸਟਾਂ ਤੇ ਸਰਕਾਰ ਨੇ ਸ਼ੁਰੂ ਕਰਤੀਆਂ, ਲੋਕੀ ਫਿਲ ਕਰ ਰਹੇ। ਇਹਨਾਂ ਦਾ ਜੇ ਰਿਜ਼ਲਟ ਨਹੀਂ ਦਿੱਤਾ ਇਗਨੋ ਵਾਲਿਆਂ ਨੇ, ਇਹਨਾਂ ਨੂੰ ਕਿਤੇ ਇਗਨੋ ਅਸਾਈਨਮੈਂਟਾਂ 'ਚੋਂ ਫਿਲ ਕਰ ਦਿੰਦੀ ਆ। ਪ੍ਰੋਜੈਕਟ ਕਹਿੰਦੀ ਰੀਸਬਮਿਟ ਕਰੋ, ਤੇ ਰੀਸਬਮਿਟ ਦੇ ਵਿੱਚ ਵੀ ਉਹ ਕਹਿੰਦੀ ਪ੍ਰੋਜੈਕਟ ਨਿਊ ਬਣਾ ਕੇ ਸਬਮਿਟ ਕਰੋ। ਤਾਂ ਬਹੁਤ ਹੀ ਜ਼ਿਆਦਾ ਵਿਚਾਰਿਆਂ ਨੂੰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈਗਾ ਪੰਜਾਬ ਸਰਕਾਰ ਵੱਲੋਂ ਵੀ, ਤੇ ਇਗਨੋ ਯੂਨੀਵਰਸਿਟੀ ਨੇ ਤਾਂ ਇਹਨਾਂ ਦਾ ਧੱਕਾ ਕੀਤਾ ਹੀ ਕੀਤਾ, ਇਹਨਾਂ ਦੀ ਜ਼ਿੰਦਗੀ ਤਬਾਹ ਕਰਤੀ ਵਿਚਾਰਿਆਂ ਦੀ। ਕੱਚੇ ਅਧਿਆਪਕਾਂ ਲਈ ਵੱਡਾ ਸਵਾਲ ਖੜਾ ਹੋ ਗਿਆ ਹੈ। 14,000 ਟੀਚਰਾਂ ਦਾ ਭਵਿੱਖ ਅੰਧਕਾਰ ਵਿੱਚ ਡੁਬੋ ਦਿੱਤਾ ਗਿਆ ਹੈ। ਟੀਚਰਾਂ ਨੇ ਆਪਣੀ ਹੱਡ-ਬੀਤੀ ਸੁਣਾਈ ਕਿ ਕਿਵੇਂ ਅਸੀਂ ਅੰਧਕਾਰ ਵਿੱਚ ਚਲੇ ਗਏ ਹਾਂ। मैडम नमस्ते जी। रेखा मैम, मैं आपसे एक निवेदन करने लगी हूँ। निवेदन भी है और एक गरीब औरत और एक गरीब वॉलंटियर की जो फरियाद भी है कि हमने जो प्रोजेक्ट बनाया था, पेपर दिए थे, हमने बीमार इतना हमें मतलब फीवर था, उसमें हम पेपर देकर आए। फीवर में हमने अपने स्कूल में गए और प्रोजेक्ट तैयार किया, अपने बच्चों को भी देखा। घर में रोटी पकाने के लिए पैसे नहीं थे, फिर भी हमने अपने प्रोजेक्ट को कंप्लीट करने के लिए समय दिया। लेकिन उसके बाद जब हमारा जो पेपर का रिजल्ट आया, पेपर का रिजल्ट तो पास था, लेकिन असाइनमेंट में भी पास है। लेकिन अभी मेरे को एक आस थी कि मैं अपने बच्चों और घर का जो कार्य है उसको चलाने के लिए अभी शायद कि मेरे को ये मतलब एक चांस है मेरे जीवन का
किया, जिसमें अभी मैं पोस्ट निकली हैं, तो उसमें मैं कहीं अपने बच्चों का जो भविष्य है उसको संवार पाऊँगी। लेकिन ये तो मेरे साथ अन्याय हुआ, हमारे यूनियन के साथ अन्याय हुआ, हमारे 14,000 टीचर के साथ अन्याय हुआ, क्योंकि मेरा तो दिल करता है कि मैम मैं आपके पास आकर ना फिर आपसे पूछूं, आपसे मैं ये जानूं कि मैम ये हमारी ऐसे क्लासेस लगा दो आप, कि हम आपके पास अपने बच्चे लेकर आए, और जो है मतलब हमारे घर का जो रोजगार है, जहाँ से हमारी रोजी रोटी चलती है, वो भी आपने छीन लिया। तो दोस्तों आप कौन से महान पद पर बैठे हैं जो ऐसा करके हमने कौन से आपके साथ पाप किए हैं जो आपने ऐसा हमारे साथ अन्याय किया है। हम जो भी थे, जैसे भी थे, हमने सभी ने प्रोजेक्ट दिया, जैसा था हमने पुरजोर मेहनत करके उस पर ड्राइंग बनाई, उस पर टाइम दिया, इतने घंटे लगाए, लिखा, और फिर पैसे ना होने के बावजूद भी हमने फिर कैफे पे जाके पीडीएफ किया, है ना। तो आप मैम बताओ कि अब हमारा क्या होगा। हमारे तो भविष्य जो था, एक लास्ट 45 एज है हमारी, हम घर का कार्य देखें कि बच्चों को देखें, कि बच्चे बोलते हैं कि हमें घर को खाने के लिए चाहिए, तो हम प्रोजेक्ट कहीं से बनाने जाएं, अपना घर का कार्य करें, कोई मेहनत करें, क्या करें बोलो मैम, आप कुछ रिस्पॉन्स करो कि हम प्रोजेक्ट अब कैसे बना सकते हैं। जो प्रोजेक्ट बना हुआ है वो तो चेक ही नहीं हुआ मैम, तो कैसे हम कह दें कि हमारा जो प्रोजेक्ट है, एकदम आपने पेपर तो चेक नहीं किए, लेकिन वो प्रोजेक्ट इतना बड़ा था, वो आपने चेक करके सभी का एक साथ ही डाल दिया री सब सबमिशन में। तो कुछ तो प्लीज हमारे साथ न्याय कीजिए मैम। हम आपके इज्जत के खिलाफ नहीं बोल रहे, आपके पद के खिलाफ नहीं बोल रहे, लेकिन जो हम बोल रहे हैं, हमारी आत्मा बोल रही है, हमारी रूह कल्प रही है, उसके बारे में भी आप कुछ सोच कर कुछ फैसला लो। ये जो प्रोजेक्ट है वो मैम आप मतलब या तो वो ही हमारे पास से दोबारा ले लो, हम आपको हार्ड कॉपी देने के लिए तैयार हैं। जो आपके पास जो नहीं भी पहुंचे हैं, आपको हार्ड कॉपी जमा करवा देते हैं मैम प्लीज। ऐसे कई घर रुल जाएंगे, कई आत्महत्या कर जाएंगे ऐसे प्रेशर में आकर, तो फिर वो उसके जिम्मेवार सिर्फ इग्नो और इसका जो मुखिया है वो ही होंगे। ਪੁਰਾਣੇ ਟੀਚਰਾਂ ਦੇ ਨਾਲ ਨਵੇਂ ਟੀਚਰਾਂ ਵਾਸਤੇ ਵੀ ਇਹ ਸਵਾਲ ਖੜਾ ਹੈ ਕਿ ਜੋ 18 ਸਾਲਾਂ ਤੋਂ ਪੱਕੇ ਨਹੀਂ ਹੋ ਸਕੇ, ਹੁਣ ਨਵਿਆਂ ਨੂੰ ਸਰਕਾਰ ਕੀ ਪੱਕੇ ਟੀਚਰ ਦੇ ਆਧਾਰ ਤੇ ਭਰਤੀ ਕਰੇਗੀ? ਅੱਛੇ ਸਮਾਜ ਦੀ ਨੀਂਹ ਅਧਿਆਪਕ ਹੀ ਰੱਖਦੇ ਨੇ। ਇਸ ਪੱਖੋਂ ਸਰਕਾਰ ਨੂੰ ਸੋਚ ਕੇ ਅਧਿਆਪਕ ਅਤੇ ਸਮਾਜ ਦੋਨਾਂ ਨੂੰ ਜੋੜ ਕੇ ਕਿਵੇਂ ਸਮਾਜ ਦੀ ਨੀਹਾਂ ਨੂੰ ਪੱਕਾ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਅੱਗੇ ਆ ਕੇ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਧਰਨੇ ਤੇ ਰੋਸ ਲਗਾਤਾਰ ਜਾਰੀ ਰਹਿਣਗੇ। ਭਾਰਤ ਸੰਦੇਸ਼ ਲਈ ਬਿਊਰੋ ਰਿਪੋਰਟ।